ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਕਰੰਟ ਅਫੇਅਰ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 4 ਅਗਸਤ ਦੀ ਕਰੰਟ ਅਫੇਅਰਸ ਕਰਨੇ ਹੈ। ਮੇਕ ਸ਼ੋਰ ਕਿ ਪਹਿਲੀਆਂ 3 ਵੀਡੀਓਜ਼ ਤੁਸੀਂ ਦੇਖ ਲਈਆਂ ਹੋਣ। ਉਹ ਵੀਡੀਓਜ਼ ਨੂੰ ਦੇਖਣਾ ਹੈ ਪਹਿਲਾਂ, ਦੈਨ ਇਸ ਵੀਡੀਓ 'ਤੇ ਵਿਜ਼ਿਟ ਕਰਨਾ ਹੈ। ਇਹ ਵੀਡੀਓ ਪ੍ਰੈਜ਼ੈਂਟਡ ਬਾਈ ਮੀ, ਮਤਲਬ ਕਿ ਰਮਨਦੀਪ ਕੌਰ ਮੇਰੇ ਦੁਆਰਾ ਇਹ ਪ੍ਰੈਜ਼ੈਂਟ ਹੈ। ਅਤੇ ਇਹਦੇ ਵਿੱਚ ਆਪਾਂ ਨੈਕਸਟ ਨਿਊਜ਼ ਕਰਨੀਆਂ ਨੇ 4 ਅਗਸਤ ਦੀਆਂ। ਆਪਾਂ ਕੀ ਕਰਨਾ, ਲਿੰਕ ਮੈਥਡ ਨਾਲ ਕਰਨਾ ਇਹਨੂੰ ਯਾਦ। ਪਿਛਲੇ ਸਾਰੀਆਂ ਨਿਊਜ਼ ਨੂੰ ਰਿਵਾਈਜ਼ ਕਰਦੇ ਹੋਏ ਜਾਵਾਂਗੇ ਜਦੋਂ ਵੀ ਕਿਸੇ ਚੀਜ਼ ਨਾਲ ਰਿਲੇਟਡ ਰਿਪੀਟ ਨਿਊਜ਼ ਆਈ। ਠੀਕ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ, ਮੰਨ ਲਓ ਆਪਾਂ ਡੇਜ਼ ਕਰ ਰਹੇ ਹਾਂ, ਅੱਗੇ ਕੋਈ ਡੇ ਆਊਗਾ ਨਵਾਂ, ਤਾਂ ਪ੍ਰੀਵੀਅਸ ਪਹਿਲਾਂ ਜਿਹੜੇ ਕੀਤੇ ਹੋਏ ਡੇਜ਼ ਨੇ ਉਹ ਆਪਾਂ ਰਿਵਾਈਜ਼ ਕਰਾਂਗੇ। ਕਿਸੇ ਔਰਗਨਾਈਜੇਸ਼ਨ ਤੋਂ ਕੋਈ ਨਿਊਜ਼ ਕਰਦੇ ਹਾਂ, ਅੱਗੇ ਉਹ ਔਰਗਨਾਈਜੇਸ਼ਨ ਰਿਪੀਟ ਹੁੰਦੀ ਹੈ ਤਾਂ ਪਿਛਲੀ ਨਿਊਜ਼ ਵੀ ਆਪਾਂ ਉਹਦੇ ਤੋਂ ਕੀ ਕਰਾਂਗੇ, ਰਿਵਾਈਜ਼ ਕਰਾਂਗੇ। ਠੀਕ ਹੈ ਜੀ, ਹਾਂਜੀ ਚਲੋ ਸ਼ੁਰੂ ਕਰਦੇ ਹਾਂ ਆਪਾਂ 4 ਅਗਸਤ ਦੇ ਕਰੰਟ ਅਫੇਅਰਸ। ਸਭ ਤੋਂ ਪਹਿਲੀ ਨਿਊਜ਼ ਹੈਗੀ ਆ, ਸਰਵਿਸ ਲਾਂਚ ਕੀਤੀ ਹੈ ਜੀ ਮਹਾਰਾਸ਼ਟਰ ਨੇ। ਮਹਾਰਾਸ਼ਟਰ ਨੇ ਕਿਹੜੀ ਸਰਵਿਸ ਲਾਂਚ ਕੀਤੀ ਹੈ? ਭਾਰਤ ਏਅਰ ਫਾਈਬਰ ਸਰਵਿਸ। ਇਸ ਸਰਵਿਸ ਦੇ ਜ਼ਰੀਏ ਵਾਇਰਲੈਸ ਇੰਟਰਨੈਟ ਸਰਵਿਸ ਪ੍ਰੋਵਾਈਡ ਕੀਤੀ ਜਾਊਗੀ। ਮਤਲਬ ਵਾਇਰਲੈਸ, ਬਿਨਾਂ ਵਾਇਰ ਤੋਂ ਇੰਟਰਨੈਟ ਸਰਵਿਸ ਹੈ ਜਿਹੜੀ ਉਹ ਦਿੱਤੀ ਜਾਊਗੀ ਮਹਾਰਾਸ਼ਟਰ ਦੇ 2 ਜ਼ਿਲ੍ਹਿਆਂ ਦੇ ਵਿੱਚ। ਠੀਕ ਹੈ, ਉਹ 2 ਜ਼ਿਲ੍ਹੇ ਕਿਹੜੇ ਕਿਹੜੇ ਨੇ ਉਹਨਾਂ ਦੇ ਨੇਮ ਨੋਟ ਕਰ ਲਓ ਜੀ। ਕਿਹੜਾ ਕਿਹੜਾ ਹੈ? ਅਕੋਲਾ ਅਤੇ ਦੂਜਾ ਜ਼ਿਲ੍ਹਾ ਹੈਗਾ ਵਾਸ਼ਿਮ। ਅਕੋਲਾ ਅਤੇ ਵਾਸ਼ਿਮ ਡਿਸਟ੍ਰਿਕਟ ਨੇ ਮਹਾਰਾਸ਼ਟਰ ਦੇ। ਇਹਨਾਂ ਦੇ ਵਿੱਚ ਵਾਇਰਲੈਸ ਇੰਟਰਨੈਟ ਸਰਵਿਸ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਊਗੀ। ਠੀਕ ਹੈ ਜੀ, ਹੁਣ ਦੇਖੋ, ਹੁਣ ਆਇਆ ਮਹਾਰਾਸ਼ਟਰ, ਤਾਂ ਮਹਾਰਾਸ਼ਟਰ ਤੋਂ ਆਪਾਂ ਨੂੰ ਕੁਛ ਕੁ ਪੁਆਇੰਟਸ ਨੇ ਜਿਹੜੇ ਉਹ ਪਤਾ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਆਪਾਂ ਨੂੰ ਮਹਾਰਾਸ਼ਟਰ ਤੋਂ ਪਤਾ ਹੋਣਾ ਚਾਹੀਦਾ 1 ਮਈ 1960 ਨੂੰ। 1 ਮਈ 1960 ਨੂੰ ਜਿਹੜਾ ਮਹਾਰਾਸ਼ਟਰ ਹੈ ਇਹ ਕਿਹਦੇ ਤੋਂ ਅਲੱਗ ਹੋਇਆ? ਗੁਜਰਾਤ ਤੋਂ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਗੁਜਰਾਤ ਤੋਂ ਇਹ ਅਲੱਗ ਹੋਇਆ, ਇਹ ਚੀਜ਼ ਯਾਦ ਰੱਖਣੀ ਹੈ ਸਭ ਤੋਂ ਪਹਿਲਾਂ ਤਾਂ। ਇਸ ਤੋਂ ਇਲਾਵਾ ਕੁਛ ਹੋਰ ਪੁਆਇੰਟਸ ਨੇ ਮਹਾਰਾਸ਼ਟਰ ਤੋਂ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਤਾਂ ਦੇਖੋ, ਆਪਾਂ ਨੂੰ ਇਹਨਾਂ ਦੇ CM ਦਾ ਨਾਮ ਪਤਾ ਹੋਣਾ ਚਾਹੀਦਾ। ਜਦੋਂ ਮਹਾਰਾਸ਼ਟਰ ਦੇ ਵਿੱਚ ਦੇਖੋ ਇਲੈਕਸ਼ਨਸ ਹੋਣੇ ਸੀਗੇ ਹੈ ਨਾ, ਉੱਥੇ ਕਾਫੀ ਰੌਲਾ ਜਿਹਾ ਪਿਆ ਸੀਗਾ, ਤਾਂ ਉੱਥੇ ਕੋਲੀਸ਼ਨ ਗਵਰਨਮੈਂਟ ਬਣੀ ਸੀਗੀ। ਕੋਲੀਸ਼ਨ ਗਵਰਨਮੈਂਟ ਹੁੰਦੀ ਹੈ ਗਠਬੰਧਨ ਦੀ ਸਰਕਾਰ। ਕੋਲੀਸ਼ਨ ਗਵਰਨਮੈਂਟ ਬਣੀ ਸੀਗੀ। ਠੀਕ ਹੈ, ਤਾਂ ਇਹ ਕੋਲੀਸ਼ਨ ਜਿਹੜੀ ਕੋਲੀਸ਼ਨ ਹੁੰਦਾ ਗਠਬੰਧਨ, ਇਹ ਗਠਬੰਧਨ ਕਿਹੜੀ ਕਿਹੜੀਆਂ ਪਾਰਟੀਜ਼ ਦੇ ਵਿੱਚ ਹੋਇਆ ਸੀ? NCP ਦੇ ਵਿਚਾਲੇ, ਸ਼ਿਵ ਸੈਨਾ ਦੇ ਵਿਚਾਲੇ, ਅਤੇ ਤੀਜੀ ਪਾਰਟੀ ਸੀਗੀ ਜੀ, ਤੀਜੀ ਪਾਰਟੀ ਇੱਥੇ ਹੀ ਲਿਖ ਦਿੰਦੀ ਹਾਂ, ਕਾਂਗਰਸ ਨੋਟ ਕਰ ਲਿਓ। ਠੀਕ ਹੈ, ਇਹਨਾਂ ਦੇ ਵਿੱਚ ਕੋਲੀਸ਼ਨ ਹੋਇਆ ਸੀ। ਅੱਛਾ, ਕੋਲੀਸ਼ਨ ਗਵਰਨਮੈਂਟ ਦੇ ਵਿੱਚ ਕੀ ਹੋਇਆ? ਸ਼ਿਵ ਸੈਨਾ, ਜਿਹੜੀ ਸ਼ਿਵ ਸੈਨਾ ਪਾਰਟੀ ਆਪਾਂ ਕੀਤੀ, ਸ਼ਿਵ ਸੈਨਾ, ਇਹਨਾਂ ਦੇ ਤਾਂ ਬਣਾਏ ਗਏ CM, ਇਹ ਯਾਦ ਰੱਖਣਾ। ਸ਼ਿਵ ਸੈਨਾ ਦੇ ਬਣਾਏ ਗਏ CM ਜਿਨ੍ਹਾਂ ਦਾ ਨਾਮ ਹੈ ਉद्धਵ ਠਾਕਰੇ, ਨੇਮ ਪਾ ਲਿਓ ਕੰਪਲੀਟ। ਉਸ ਤੋਂ ਬਾਅਦ ਕਾਂਗਰਸ ਦੇ ਬਣਾਏ ਗਏ ਚੇਅਰਮੈਨ ਵਿਧਾਨ ਸਭਾ ਦੇ, ਚੇਅਰਮੈਨ ਆਫ ਵਿਧਾਨ ਸਭਾ ਲਿਖ ਲਿਓ। ਠੀਕ ਹੈ ਜੀ, ਕੌਣ ਬਣਾਏ ਗਏ? ਨਾਨਾ ਪਟੋਲੇ। 3rd ਨੰਬਰ 'ਤੇ ਜਿਹੜੇ ਗਵਰਨਰ ਨੇਗੇ ਉਹ ਬਣਾਏ ਗਏ, ਗਵਰਨਰ ਬਣਾਏ ਗਏ। ਗਵਰਨਰ ਤੁਸੀਂ ਯਾਦ ਰੱਖ, ਗਵਰਨਰ ਤਾਂ ਵੈਸੇ ਹੈ। ਇਸ ਤੋਂ ਪਹਿਲਾਂ NCP ਪਾਰਟੀ ਯਾਦ ਰੱਖਣਾ। NCP ਪਾਰਟੀ ਦੇ ਡਿਪਟੀ CM ਬਣਾਏ ਗਏ, ਜਿਨ੍ਹਾਂ ਦਾ ਨਾਮ ਕੀ ਹੈ? ਅਜੀਤ ਪਵਾਰ। ਅਤੇ ਗਵਰਨਰ ਦਾ ਨਾਮ ਵੀ ਯਾਦ ਰੱਖ ਲਿਓ, ਕੀ ਹੈ? ਭਗਤ ਸਿੰਘ ਕੋਸ਼ਿਆਰੀ। ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਹਾਰਾਸ਼ਟਰ ਜਦੋਂ ਵੀ ਆਊਗਾ ਇਹ ਰਿਵਾਈਜ਼ ਕਰਨੀ ਹੈ ਕਿ ਕੌਣ ਕੀ ਬਣਿਆ, ਕਿਹੜੀ ਪਾਰਟੀ ਤੋਂ ਕੌਣ ਕੀ ਬਣਿਆ ਹੋਇਆ ਇੱਥੇ। ਠੀਕ ਹੈ ਜੀ, ਹਾਂਜੀ ਨੈਕਸਟ ਨਿਊਜ਼ ਦੇ ਉੱਤੇ ਆਪਾਂ ਕਰਦੇ ਹਾਂ ਮੂਵ ਔਨ। ਨੈਕਸਟ ਨਿਊਜ਼ ਹੈਗੀ ਆਪਣੀ ਅਪੁਆਇੰਟਮੈਂਟ ਤੋਂ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਅਪੁਆਇੰਟਮੈਂਟਸ ਤੋਂ ਨਿਊਜ਼ ਇਹਦੇ 'ਚ ਆਉਂਦੀ ਰਹਿੰਦੀ ਹੈ। ਅਪੁਆਇੰਟਮੈਂਟ ਕੀ ਹੈ? ਨਿਯੁਕਤੀ। ਏਅਰ ਮਾਰਸ਼ਲ VR ਚੌਧਰੀ ਨੂੰ ਕਮਾਂਡਿੰਗ ਇਨ ਚੀਫ ਲਾਇਆ ਕਿਹਦਾ? ਵੈਸਟਰਨ ਏਅਰ ਕਮਾਂਡ ਦਾ। ਠੀਕ ਹੈ, ਵੈਸਟਰਨ ਏਅਰ ਕਮਾਂਡ ਦਾ ਕਮਾਂਡਿੰਗ ਇਨ ਚੀਫ ਕਿਹਨੂੰ ਲਾਇਆ? ਏਅਰ ਮਾਰਸ਼ਲ VR ਚੌਧਰੀ। ਬਸ ਤੁਸੀਂ VR ਚੌਧਰੀ ਯਾਦ ਰੱਖਣਾ, ਇੱਧਰੋਂ ਵੈਸਟਰਨ ਯਾਦ ਰੱਖਣਾ। ਦੇਖੋ ਵੈਸਟਰਨ ਤੋਂ ਵੈਸੇ ਵੀ ਯਾਦ ਰੱਖਣਾ ਸੌਖਾ ਹੈ, ਕਿਵੇਂ ਮੈਂ ਤੁਹਾਨੂੰ ਯਾਦ ਕਰਾ ਦਿੰਦੀ ਹਾਂ। UV ਤੋਂ ਬਾਅਦ ਹੀ W ਆਉਂਦਾ ਨਾ, VR ਚੌਧਰੀ ਨਾਮ ਹੈ, ਵੈਸਟਰਨ ਦੇ ਇਹ ਬਣਾਏ ਗਏ ਨੇ। ਠੀਕ ਹੈ, ਥੋੜ੍ਹਾ ਲਿੰਕ ਬਣਾ ਲਿਆ ਕਰੋ, ਬਸ ਯਾਦ ਰਹਿ ਜਾਂਦਾ, ਹੋਰ ਤਾਂ ਕੁਛ ਨਹੀਂ ਇਹਦੇ ਨਾਲ। ਠੀਕ ਹੈ, ਤਾਂ ਇਹ ਯਾਦ ਰੱਖਣਾ। ਹੁਣ ਗੱਲ ਆਈ ਏਅਰ ਕਮਾਂਡ ਦੀ, ਤਾਂ ਮਤਲਬ ਏਅਰ ਫੋਰਸ ਤੋਂ ਆਪਾਂ ਕੁਝ ਕੁ ਪੁਆਇੰਟਸ ਰਿਵਾਈਜ਼ ਕਰਨੇ ਆ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਏਅਰ ਫੋਰਸ ਡੇ ਦਾ ਪਤਾ ਹੋਣਾ ਚਾਹੀਦਾ ਕਿ ਏਅਰ ਫੋਰਸ ਡੇ ਕਦੋਂ ਮਨਾਇਆ ਗਿਆ। ਹਾਂਜੀ, ਏਅਰ ਫੋਰਸ ਡੇ ਮਨਾਇਆ ਜਾਂਦਾ 8 ਅਕਤੂਬਰ ਨੂੰ। ਇਹ ਤੁਸੀਂ ਯਾਦ ਰੱਖਣਾ, ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋਇਆ। ਨੇਵੀ ਡੇ, ਏਅਰ ਫੋਰਸ ਡੇ, ਆਪਣਾ ਆਰਮੀ ਡੇ, ਇਹ ਸਾਰੇ ਰਿਪੀਟ ਹੁੰਦੇ ਰਹਿੰਦੇ ਨੇ। ਫਿਲਹਾਲ ਆਪਾਂ ਸਿਰਫ ਏਅਰ ਫੋਰਸ ਬਾਰੇ ਹੀ ਕਰਦੇ ਹਾਂ। 8 ਅਕਤੂਬਰ ਨੂੰ ਇਹ ਡੇ ਮਨਾਇਆ ਜਾਂਦਾ। ਠੀਕ ਹੈ, ਅਤੇ ਏਅਰ ਫੋਰਸ ਚੀਫ ਕਿਹੜੇ ਨੇ ਆਪਣੇ ਐਟ ਪ੍ਰੈਜ਼ੈਂਟ? ਏਅਰ ਫੋਰਸ ਚੀਫ ਕਿਹੜੇ ਨੇ ਐਟ ਪ੍ਰੈਜ਼ੈਂਟ ਆਪਣੇ? RKS ਭਦੌਰੀਆ।
RKS भदौरिया। ये चीज़ तुसीं याद रखनी है। तो एक पॉइंट होर कि जिहड़ी अपनी इंडियन एयरफोर्स है दुनिया की चौथी वड्डी एयरफोर्स है, ये भी याद रखना है, 4th लार्जेस्ट है। ठीक है जी, ये सारी इन्फॉर्मेशन जो भी एयरफोर्स आऊगी तुसीं उहदे तो रिवाइज करनी है। नैक्सट न्यूज़ से चलते हैं आप। नैक्सट न्यूज़ आ गई अपनी ब्रिटिश ग्रैंड प्रिक्स तो फार्मूला रेस 2020। ये तुसीं याद की रखना होंदा है कि जित्तिया कौन है, जो परसन जित्तिया है वो ड्राइव किहड़ी कार करदा है ना, तो जिन्हों हराया उन्हों का नाम की है। ये सारी चीज़ां आपां याद रखनी होंदियां। हाँ जी, ब्रिटिश ग्रैंड प्रिक्स फार्मूला रेस 2020 किहने जित्ती है? लुइस हैमिल्टन ने। लुइस हैमिल्टन भी इन्हों बोल देंगे, लैविस हैमिल्टन भी बोल देंगे है। ठीक है, मर्सिडीज़ ये चलाते हैं तो इन्हों ने ही जित्ती है ये। तो हराया किनू है, बीट किनू किया? मैक्स वर्सटैपन नूं। ये भी याद रखना है तुसीं। अच्छा देखो, लैविस तो W को चक लो माड़ी जी। W नूं जे आपां उल्टा कर देंगे M बन जूगी ना। M तो याद रखना है कि मर्सिडीज़ चलाते हैं। की याद रखना है, ये मर्सिडीज़ चलाते हैं। M तो ही जे इनू आपां ऐदां कर देंगे E बन जूगी तो ये इंग्लैंड दे ने। ये भी याद रखना है। ठीक है, मतलब लैविस हैमिल्टन पढ़ना, तुसीं इहनूं लुइस हैमिल्टन नहीं पढ़ना। W तो मैं तुहानूं 2 चीज़ां याद करवातियां, ये तुसीं एवें ही याद रखनियां ने। ओके है जी। तो हराया किनूं, इन्हां दा नाम भी इंपॉर्टेंट बन जाता है, मैक्स वर्सटैपन। इन्हां दा नाम भी तुसीं याद रखना है। बहुत इंपॉर्टेंट न्यूज़ है, ये पेपर दे विच पुछी जा सकती है, चांसिस हैगे आ इहदे, इहनूं याद रखियो। ओके जी। नैक्सट न्यूज़ हैगी अपनी एग्रीमेंट तो लोन एग्रीमेंट हैगा किहदे विचाले है? रिलायंस पावर ते जेरा। ये जापान की कंपनी है। ठीक है, ये लोन एग्रीमेंट काहदे लई है? पावर प्रोजैक्ट लाना है एक, कित्थे? बांग्लादेश दे विच। पावर प्रोजैक्ट लाना है बांग्लादेश दे विच। देखो ये काहदे लई है? ये हैगा गैस बेस्ड थर्मल पावर जनरेशन प्रोजैक्ट। रिपीट कर दिंदी हाँ, गैस बेस्ड थर्मल पावर जनरेशन प्रोजैक्ट। ये लिए समझौता किया गया। ठीक है, बांग्लादेश दे विच जगह है मेघना घाट। ठीक है, मेघना घाट बांग्लादेश दे विच, उत्थे ये प्रोजैक्ट स्टार्ट किया जाऊगा। तो जिहड़ी इहदी 745 मैगावाट की कैपेसिटी है, ये भी तुसीं याद रखना है। 642 मिलियन जिहड़े डॉलर ने इहदे ते आऊगी इन्नी कॉस्ट, ये भी याद रखना है तुसीं। अच्छा, हुण आया बांग्लादेश। ये तो होगी न्यूज़ की गल जिहड़ी आपां करनी सीगी। बांग्लादेश जदों भी आऊगा तो तुहानूं स्टैटिक फैक्ट बांग्लादेश नाल रिलेटेड पता होने चाहिए ने। बहुत सौखे भी है, तुहानूं याद हो जाणगे। देखो, एक तो 2 चीज़ां रिवाइज करनियां ने, टका अलग अलग है, इकट्ठा नहीं है। ढाका ते टका। ढाका तो हैगी है बांग्लादेश की राजधानी, तो टका हैगी है उत्थों की करंसी। ठीक है, ये दोनों चीज़ां तुहानूं याद होनी चाहिए ने। तीजी चीज़ आपां तो कीता सी कि पार्लीमेंट्स के नेम अलग अलग होंदे ने सारे देशों के संसद का नाम। तो जिहड़ी बांग्लादेश की संसद है ना, उन्होंने की कहते हैं जी? जाटिया संसद। हुण इहनूं तुसीं याद किवें रख सकते हो? देखो, इहनूं तुसीं याद रख सकते हो कि बंगला पैंदा ना, जाटिया के मूहरे जट पैंदा है, कि जिहड़े जट लोग हुंदे ज़्यादातर बंगले 'च रहना ही पसंद करते हैं। इत्थों तुसीं लिंक करके इहनूं की कर सकते हो, याद कर सकते हो, जाटिया संसद। इस तो इलावा बांग्लादेश तो एक चीज़ होर रिवाइज करनी है, बांग्लादेश का नैशनल एंथम। बांग्लादेश का नैशनल एंथम किहड़ा है जी? अमर सोनाल बंगला। अमर सोनाल बंगला। अमर सोनाल बंगला ये दिता किने है जी? रविंद्रनाथ टैगोर ने। रविंद्रनाथ टैगोर इन्होंने दिता, ये भी तुसीं याद रखना है। ठीक है, इंपॉर्टेंट है। जो रविंद्रनाथ टैगोर जी ने दिता सीगा, ये उन्होंने नैशनल एंथम नहीं दिता सी। रविंद्रनाथ टैगोर जी ने अमर सोनाल बंगला एज अ नैशनल सॉन्ग दिता सी, बट बांग्लादेश ने इनू एज अ नैशनल एंथम अडोप्ट किया। ये स्टैटिक फैक्ट बांग्लादेश नाल रिलेटेड तुसीं याद रखना है। ठीक है जी। उस तो बाद देखो, एक पॉइंट होर क्वेश्चन बन जाता होंदा है, पुछ सकते हैं कि इहो जिहा किहड़ा परसन है जिन्हें 2 कंट्रीज़ का नैशनल एंथम दिता? तो वह आंसर होगा रविंद्रनाथ टैगोर। एक तो हो गया देखो बांग्लादेश का, एक अपनी कंट्री का हो गया, इंडिया का। ठीक है, तो एवें भी क्वेश्चन पेपर च आ जाता है, तो ये भी तुसीं याद रखना बांग्लादेश तो। हाँ जी, नैक्सट न्यूज़ आ गई अगेन रेलवे तो। रेलवे नॉर्दਰਨ रेलवे रेन फस्ट ट्रेड माला एक्सप्रैस ट्रेन। नॉर्दਰਨ रेलवे इन्हें चलाई है पहली माल गड्डी कह दें ना जिन्होंने, ये माला नहीं है, माल गड्डी है बेसिकली, ये माला एक्सप्रैस ट्रेन चलाई है। ठीक है, ये याद रखनी है। तो ये बाद च करते हैं पहले हैडकुआटर, पहला न्यूज़ समझते हैं की है। ये जिहड़ी माल गड्डी है ये 46 डब्बे है। ठीक है, तो ये मतलब इन्होंने 46 डब्बिया वैगन बोलते हैं वैसे इन्हों। वीट होगी, अपनी कणक होगी, मक्की होगी, ये भर के ये लोड करके इसकी सप्लाई की जाऊगी इस दे थ्रू। ठीक है, ये नॉर्दਰਨ रेलवे ने चलाई है, ये भी याद रखना है। ठीक है, तुसीं इन्नी की इन्फॉर्मेशन तो याद रखनी है। उस तो बाद देखो जिहड़ा नॉर्दਰਨ रेलवे है
ਇਹਦਾ ਹੈੱਡਕੁਆਟਰ ਕਿੱਥੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਨਿਊ ਦਿੱਲੀ ਦੇ ਵਿੱਚ ਹੈ, ਨਿਊ ਦਿੱਲੀ ਦੇ ਵਿੱਚ ਹੈ, ਠੀਕ ਹੈ ਜੀ, ਇਹਨੂੰ ਯਾਦ ਰੱਖਿਓ। ਉਸ ਤੋਂ ਇਲਾਵਾ ਹੁਣ ਗੱਲ ਕਰ ਲੈਂਦੇ ਹਾਂ ਆਪਾਂ ਰੇਲਵੇ ਜ਼ੋਨ ਦੀ, ਰੇਲਵੇ ਜ਼ੋਨ ਦੀ। ਹੁਣ ਦੇਖੋ ਰੇਲਵੇ ਜ਼ੋਨ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਹੋਇਆ ਹੈਗਾ ਕਿ ਟੋਟਲ ਆਪਣੇ ਰੇਲਵੇ ਜ਼ੋਨ 18 ਨੇ, ਅਤੇ 18ਵਾਂ ਜਿਹੜਾ ਰੇਲਵੇ ਜ਼ੋਨ ਹੈ ਉਹ ਕਿਹੜਾ, ਸਾਊਥ ਕੋਸਟਲ ਰੇਲਵੇ ਜ਼ੋਨ, ਜਿਹਦਾ ਹੈੱਡਕੁਆਟਰ ਕਿੱਥੇ ਹੈ, ਵਿਸ਼ਾਖਾਪਟਨਮ ਦੇ ਵਿੱਚ, ਵਿਸ਼ਾਖਾਪਟਨਮ ਦੇ ਵਿੱਚ। ਇਹ ਵੀ ਤੁਸੀਂ ਸਾਰਾ ਕੁਛ ਕੀ ਹੈ ਰੇਲਵੇ ਤੋਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਰੇਲਵੇ ਤੋਂ ਬਹੁਤ ਸਾਰੀ ਇਨਫੋਰਮੇਸ਼ਨ ਕਰਵਾਈ ਸੀ, 2-3 ਵੀਡੀਓਜ਼ ਅਪਲੋਡ ਹੋਈਆਂ, ਆਈ ਥਿੰਕ 2 ਦੇ ਵਿੱਚ ਰੇਲਵੇ ਨਾਲ ਰਿਲੇਟਡ ਨਿਊਜ਼ ਆ ਗਈ, ਮੈਂ ਉਹ 'ਚ ਸਾਰੀ ਰਿਪੀਟ ਕਰਾਈ ਸੀ। ਆਪਾਂ ਦੁਬਾਰਾ ਰਿਵਾਈਜ਼ ਕਰਦੇ ਹਾਂ ਤਾਂ ਕਿ ਤੁਹਾਨੂੰ ਪੱਕੀ ਹੋ ਜੇ ਕੁਛ ਭੁੱਲਦੇ ਵੀ ਹੋ। ਇੰਡੀਅਨ ਰੇਲਵੇ ਸਟਾਰਟ ਕਦੋਂ ਹੋਇਆ, 16 ਅਪ੍ਰੈਲ 1853 ਨੂੰ ਇਹ ਸਟਾਰਟ ਹੋਇਆ, ਜਦੋਂ ਲਾਰਡ ਡਲਹੌਜੀ ਦਾ ਸ਼ਾਸਨ ਕਾਲ ਸੀ। ਇਸੇ ਕਰਕੇ 16 ਅਪ੍ਰੈਲ ਨੂੰ ਇੰਡੀਅਨ ਰੇਲਵੇ ਡੇ ਮਨਾਇਆ ਜਾਂਦਾ ਹੈ। ਜਿਹੜੀ ਪਹਿਲੀ ਟ੍ਰੇਨ ਸੀਗੀ ਉਹ ਮੁੰਬਈ ਤੋਂ ਲੈ ਕੇ ਥਾਣੇ ਤੱਕ ਚੱਲੀ ਸੀਗੀ, 34 ਕਿਲੋਮੀਟਰ ਦਾ ਡਿਸਟੈਂਸ ਤੈਅ ਕੀਤਾ ਇਸ ਟ੍ਰੇਨ ਨੇ, ਅਤੇ ਇਹਦਾ ਨਾਮ ਸੀਗਾ ਬਲੈਕ ਬਿਊਟੀ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਰੇਲ ਮੰਤਰੀ ਕਿਹੜੇ ਨੇ, ਪਿਊਸ਼ ਗੋਇਲ ਜੀ ਨੇ। ਅਤੇ ਰੇਲਵੇ ਬੋਰਡ ਦੇ ਚੇਅਰਮੈਨ ਕੌਣ ਨੇ, ਜੇ ਰੇਲਵੇ ਬੋਰਡ ਦੇ ਤੁਹਾਨੂੰ ਚੇਅਰਮੈਨ ਪੁੱਛ ਲੈਣ ਤਾਂ ਉਹ ਕੌਣ ਨੇ, ਵਿਨੋਦ ਕੁਮਾਰ ਯਾਦਵ, ਵਿਨੋਦ ਕੁਮਾਰ ਯਾਦਵ। ਇੰਨੀ ਇਨਫੋਰਮੇਸ਼ਨ ਤੁਸੀਂ ਰੇਲਵੇ ਤੋਂ ਰਿਵਾਈਜ਼ ਕਰਨੀ ਹੀ ਕਰਨੀ ਹੈ ਜਦੋਂ ਵੀ ਰੇਲਵੇ ਨਾਲ ਰਿਲੇਟਡ ਕੋਈ ਨਿਊਜ਼ ਆਊਗੀ। ਦੇਖੋ ਹੁਣ 2-3 ਵਾਰ ਤੁਹਾਡੀ ਰਿਵਾਈਜ਼ ਹੋਊਗੀ, ਇਹਦੇ ਨਾਲ ਕੀ ਹੈ ਪੱਕੀ ਹੋਈ ਜਾਊਗੀ ਇਨਫੋਰਮੇਸ਼ਨ, ਠੀਕ ਹੈ, ਤਾਂ ਆਪਾਂ ਪੱਕੀ ਕਰਨੀ ਹੈ। ਹਾਂਜੀ, ਨੈਕਸਟ ਨਿਊਜ਼ ਕਿਹੜੀ ਆਪਣੀ, ਸਾਈਬਰ ਕ੍ਰਾਈਮ ਨਾਲ ਰਿਲੇਟਡ ਹੈ। ਇਹ ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ ਹੈ ਜਿਹੜਾ ਚਲਾਇਆ ਗਿਆ ਆਂਧਰਾ ਪ੍ਰਦੇਸ਼ ਵੱਲੋਂ, ਠੀਕ ਹੈ। ਈ ਰਕਸ਼ਾ ਬੰਧਨ ਇਸ ਪ੍ਰੋਗਰਾਮ ਦਾ ਨਾਮ ਹੈ, ਨਾਮ ਯਾਦ ਰੱਖਣਾ ਹੈ, ਠੀਕ ਹੈ। ਇਹ ਈ ਰਕਸ਼ਾ ਬੰਧਨ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਆਂਧਰਾ ਪ੍ਰਦੇਸ਼ ਵੱਲੋਂ, ਇਹ ਸਾਈਬਰ ਕ੍ਰਾਈਮ, ਜਿਹੜੇ ਸਾਈਬਰ ਕ੍ਰਾਈਮ ਹੁੰਦੇ ਨੇ ਉਹਦੇ ਰਿਗਾਰਡਿੰਗ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹੈ, ਅਤੇ ਵਿਮਨ ਸੇਫਟੀ ਨੂੰ ਵਧਾਉਣ ਦੇ ਲਈ ਇਹ ਪ੍ਰੋਗਰਾਮ ਚਲਾਇਆ ਗਿਆ ਤਾਂ ਕਿ ਵਿਮਨ ਜ਼ਿਆਦਾ ਸੇਫ ਰਹਿ ਸਕੇ, ਠੀਕ ਹੈ। ਇਹ 1 ਮੰਥ ਤੱਕ ਇਹ ਪ੍ਰੋਗਰਾਮ ਚੱਲੂਗਾ। 1 ਮੰਥ ਦੇ ਦੌਰਾਨ ਇਹਨਾਂ ਦਾ ਟਾਰਗੇਟ ਹੈ ਕਿ 1 ਲੱਖ ਲੋਕਾਂ ਨੂੰ, 1 ਲੱਖ ਪਬਲਿਕ ਨੂੰ, ਗਰਲਜ਼ ਚਿਲਡਰਨ ਹੋ ਗਏ ਹੈ ਨਾ, ਆਪਣੇ ਵਿਮਨ ਹੋ ਗਈਆਂ, ਉਹਨਾਂ ਨੂੰ 1 ਲੱਖ ਲੋਕਾਂ ਨੂੰ ਕੀ ਹੈ ਇਨਫੋਰਮੇਸ਼ਨ ਦੇਣੀ ਹੈ, ਅਵੇਅਰਨੈਸ ਦੇਣੀ ਹੈ ਕਿਹਦੇ ਰਿਗਾਰਡਿੰਗ, ਸਾਈਬਰ ਕ੍ਰਾਈਮ ਦੇ ਰਿਗਾਰਡਿੰਗ, ਠੀਕ ਹੈ। ਕਿ ਉਹ ਭਟਕ ਨਾ ਜਾਣ, ਠੀਕ ਹੈ। ਸਾਈਬਰ ਕ੍ਰਾਈਮ ਕਿੱਦਾਂ ਦਾ ਹੁੰਦਾ, ਕਿਵੇਂ ਉਹਦੇ ਤੋਂ ਬਚਿਆ ਜਾ ਸਕਦਾ, ਇਸ ਚੀਜ਼ ਨਾਲ ਰਿਲੇਟਡ ਇਹ ਜਿਹੜਾ ਪ੍ਰੋਗਰਾਮ ਹੈਗਾ। ਉਸ ਤੋਂ ਬਾਅਦ ਕੀ ਇੱਕ ਚੀਜ਼ ਧਿਆਨ 'ਚ ਰੱਖਣ ਵਾਲੀ ਹੈ, ਪੁਲਿਸ ਤੇ CID ਨੇ ਇੱਕ ਸਲੋਗਨ ਵੀ ਦਿੱਤਾ ਹੈਗਾ ਇਸ ਅਵੇਅਰਨੈਸ ਪ੍ਰੋਗਰਾਮ ਦੇ ਰਿਗਾਰਡਿੰਗ। ਉਹ ਸਲੋਗਨ ਕੀ ਹੈ, ਲੈਟ ਅਸ ਮੇਕ ਅਗਸਤ ਮੰਥ ਆਫ ਈ ਫਰੀडम ਐਂਡ ਈ ਸੇਫਟੀ, ਠੀਕ ਹੈ ਜੀ। ਇਹ ਵੀ ਰਿਵਾਈਜ਼ ਤੁਸੀਂ ਕਰਨਾ ਹੀ ਕਰਨਾ ਹੈ। ਹੁਣ ਦੇਖੋ ਆਂਧਰਾ ਪ੍ਰਦੇਸ਼ ਹੈ, ਮੈਂ ਤੁਹਾਨੂੰ ਪਹਿਲਾਂ ਕਰਾ ਕੇ ਹਟੀ ਨਾ ਹੁਣੇ ਪਿਛਲੀ ਨਿਊਜ਼ ਦੇ ਵਿੱਚ ਕਿ ਰੇਲਵੇ ਜ਼ੋਨ ਆਪਣੇ 18 ਨੇ, 18ਵਾਂ ਸਾਊਥ ਕੋਸਟਲ ਰੇਲਵੇ ਜ਼ੋਨ ਹੈ ਅਤੇ ਉਹਦਾ ਹੈੱਡਕੁਆਟਰ ਵਿਸ਼ਾਖਾਪਟਨਮ 'ਚ ਹੈ। ਇਹ ਤੁਸੀਂ ਆਂਧਰਾ ਪ੍ਰਦੇਸ਼ ਦੀ ਸੇਮ ਇਨਫੋਰਮੇਸ਼ਨ ਰਿਵਾਈਜ਼ ਕਰ ਸਕਦੇ ਹੋ ਕਿਉਂਕਿ ਜਿਹੜਾ ਵਿਸ਼ਾਖਾਪਟਨਮ ਹੈਗਾ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਹੀ ਹੈ। ਹੁਣ ਮੈਂ ਰਿਪੀਟ ਲਿਖ ਕੇ ਨਹੀਂ ਦੱਸੂੰਗੀ, ਵੈਸੇ ਹੀ ਦੱਸਦਾ ਤੁਹਾਨੂੰ ਕਿਉਂਕਿ ਹੁਣੇ ਕਰਾ ਕੇ ਹਟੇ ਹਾਂ। ਹਾਂਜੀ, ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਜਦੋਂ ਵੀ ਆਊਗਾ, ਆਂਧਰਾ ਪ੍ਰਦੇਸ਼ ਤੋਂ ਇੱਕ ਚੀਜ਼ ਹੋਰ ਰਿਵਾਈਜ਼ ਕਰਨੀ ਹੈ ਆਪਾਂ ਕਿ ਟੋਟਲ ਨੰਬਰ ਆਫ ਹਾਈ ਕੋਰਟਸ ਪੁੱਛ ਲੈਣਗੇ ਕਿੰਨੀਆਂ ਨੇ ਆਪਣੀਆਂ, 25 ਹਾਈ ਕੋਰਟਸ ਹੈ ਜੀ ਐਟ ਪ੍ਰੈਜ਼ੈਂਟ ਟੋਟਲ। ਅਤੇ ਜਿਹੜੀ 25ਵੀਂ ਹਾਈ ਕੋਰਟ ਹੈ ਉਹ ਆਂਧਰਾ ਪ੍ਰਦੇਸ਼ ਦੀ ਹੀ ਹੈ, ਠੀਕ ਹੈ। ਉਹਦੇ ਚੀਫ ਜਸਟਿਸ ਦਾ ਨਾਮ ਯਾਦ ਰੱਖਣਾ ਤੁਸੀਂ, ਉਹ ਨਾਮ ਕੀ ਹੈ ਉਹਨਾਂ ਦਾ, JK ਮਹੇਸ਼ਵਰੀ, JK ਮਹੇਸ਼ਵਰੀ ਇਹਨਾਂ ਦੇ ਚੀਫ ਜਸਟਿਸ ਦਾ ਨਾਮ ਹੈ, ਇਹ ਤੁਸੀਂ ਯਾਦ ਰੱਖਣਾ। ਹੋਰ ਇਹਦੇ ਤੋਂ ਕੀ ਯਾਦ ਰੱਖ ਸਕਦੇ ਹੋ ਤੁਸੀਂ ਆਂਧਰਾ ਪ੍ਰਦੇਸ਼ ਤੋਂ, ਆਂਧਰਾ ਪ੍ਰਦੇਸ਼ ਦੀ ਐਟ ਪ੍ਰੈਜ਼ੈਂਟ ਜਿਹੜੀ ਕੈਪੀਟਲ ਹੈ ਉਹ ਤਾਂ ਹੈਦਰਾਬਾਦ ਹੀ ਹੈ ਨਾ, ਬਟ ਫਿਊਚਰ ਦੇ ਵਿੱਚ ਇਹਦੀਆਂ 3 ਕੈਪੀਟਲਸ ਹੋਣਗੀਆਂ। ਇਸ ਚੀਜ਼ ਦੇ ਰਿਗਾਰਡਿੰਗ ਬਿੱਲ ਪਾਇਆ ਹੋਇਆ, ਠੀਕ ਹੈ। ਉਹ ਕਿਹੜੀਆਂ ਫਿਊਚਰ ਦੇ ਵਿੱਚ ਕੈਪੀਟਲ ਕਿਹੜੀਆਂ ਹੋਣਗੀਆਂ, ਅਮਰਾਵਤੀ, ਕੁਰਨੂਲ ਅਤੇ ਵਿਸ਼ਾਖਾਪਟਨਮ, ਸੇਮ ਹੀ ਹੈ ਵਿਸ਼ਾਖਾਪਟਨਮ। ਇਹ ਤਿੰਨੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਹੈ। ਅਤੇ ਫਿਊਚਰ ਦੇ ਵਿੱਚ ਵਿਧਾਨ ਸਭਾ ਨੂੰ ਵੀ ਖ਼ਤਮ ਕਰਨ ਲਈ ਇਹਨਾਂ ਨੇ ਬਿੱਲ ਪਾਇਆ ਹੋਇਆ। ਅੱਛਾ, ਵਿਧਾਨ ਸਭਾ ਨੂੰ ਖ਼ਤਮ ਕਰਨ ਲਈ ਕਿਉਂ ਪਾਇਆ ਹੋਇਆ, ਕਿਉਂਕਿ ਇਹ ਹਮੇਸ਼ਾ ਤੋਂ 3 ਕੈਪੀਟਲਸ ਬਣਾਉਣਾ ਚਾਹੁੰਦੇ ਸੀਗੇ ਆਪਣੀ ਸਟੇਟ ਦੀਆਂ, ਬਟ ਜਦੋਂ ਵੀ ਇਹ ਬਿੱਲ ਵਿਧਾਨ ਸਭਾ ਦੇ ਵਿੱਚ ਜਾਂਦਾ 3 ਕੈਪੀਟਲਸ ਨੂੰ ਲੈ ਕੇ, ਉੱਥੇ ਇਹ ਰਿਜੈਕਟ ਹੋ ਜਾਂਦਾ, ਮਤਲਬ ਪਾਸ ਨਹੀਂ ਹੋ ਪਾਉਂਦਾ ਸੀ। ਇਸ ਲਈ ਇਹਨਾਂ ਨੇ ਹੁਣ ਵਿਧਾਨ ਸਭਾ ਨੂੰ ਹੀ ਖ਼ਤਮ ਕਰਨ ਦਾ ਕੀ ਹੈ ਨਿਰਣੇ ਲੈ ਲਿਆ, ਠੀਕ ਹੈ। ਇਹ ਸਾਰੀ ਚੀਜ਼ ਤੁਹਾਨੂੰ ਇਹਦੇ ਤੋਂ ਪਤਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਅਲੱਗ ਹੋਇਆ ਸੀਗਾ, ਤੇਲੰਗਾਨਾ ਅਲੱਗ ਹੋਇਆ ਸੀ। ਕਦੋਂ ਅਲੱਗ ਹੋਇਆ ਸੀ, 2 ਜੂਨ 2014 ਨੂੰ, ਠੀਕ ਹੈ। ਤਾਂ ਹੀ ਕਰਕੇ ਅਲੱਗ-ਅਲੱਗ ਹੋਇਆ ਨਾ ਇਹ ਨਾਮ, ਆਹ ਡੇਟ ਯਾਦ ਰੱਖਣੀ ਹੈ ਇਹਦੀ ਪ੍ਰੋਪਰ ਤੁਸੀਂ।
ਓਕੇ ਆ ਜੀ। ਹਾਂਜੀ, ਨੈਕਸਟ ਨਿਊਜ਼ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ। ਨੈਕਸਟ ਨਿਊਜ਼ ਹੈਗੀ ਆਪਣੀ ਵੈਬੀਨੀਅਰ ਤੋਂ। ਵੈਬੀਨੀਅਰ ਕੀ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੀ ਹਾਂ। ਜਿਵੇਂ ਦੇਖੋ ਸੈਮੀਨਾਰ ਹੁੰਦਾ ਨਾ, ਸੈਮੀਨਾਰ ਆਫਲਾਈਨ ਹੁੰਦਾ, ਉਵੇਂ ਜਿਹੜਾ ਵੈਬੀਨੀਅਰ ਹੁੰਦਾ ਔਨਲਾਈਨ ਹੁੰਦਾ ਹੈ ਨਾ, ਇੰਟਰਨੈਟ ਦੇ ਇਲੈਕਟ੍ਰੋਨਿਕ ਵੇ ਨਾਲ ਹੁੰਦਾ, ਤਾਂ ਉਹਨੂੰ ਵੈਬੀਨੀਅਰ ਬੋਲ ਦਿੰਦੇ ਆ। ਹੋਰ ਕੁਛ ਨਹੀਂ ਹੁੰਦਾ ਇਹਦੇ 'ਚ, ਕੁਛ ਤਾਂ ਡਿਫਰੈਂਟ। ਠੀਕ ਹੈ, ਇੰਟਰਨੈਸ਼ਨਲ ਵੈਬੀਨੀਅਰ ਕੀਤਾ ਗਿਆ ਔਨ ਲੋਕਮਾਨਿਆ ਤਿਲਕ, ਬਾਲ ਗੰਗਾਧਰ ਤਿਲਕ, ਸਵਰਾਜ ਟੂ ਸੈਲਫ ਰਿਲਾਇੰਟ ਇੰਡੀਆ। ਇਹ ਕੀ ਹੈ ਦੇਖੋ, ਇੰਟਰਨੈਸ਼ਨਲ ਵੈਬੀਨੀਅਰ ਹੋਇਆ, ਠੀਕ ਹੈ। ਕਾਹਦੇ 'ਤੇ ਹੋਇਆ ਇਹ, ਕਾਹਦੇ ਕਰਕੇ, ਲੋਕਮਾਨਿਆ ਤਿਲਕ, ਇਹ ਕਿਹਨਾਂ ਦਾ ਨਾਮ ਹੈ, ਇਹ ਬਾਲ ਗੰਗਾਧਰ ਤਿਲਕ ਜੀ ਦਾ, ਉਹਨਾਂ ਦੇ ਕਰਕੇ, ਮਤਲਬ ਉਹਨਾਂ ਦੇ ਨਾਮ ਦੇ ਉੱਤੇ ਕੀਤਾ ਗਿਆ। ਕਾਹਦੇ ਲਈ, ਇਹ ਸੈਲਫ ਰੈਲੀਐਂਟ ਇੰਡੀਆ, ਮਤਲਬ ਇੰਡੀਆ ਨੂੰ ਇੰਡੀਪੈਂਡੈਂਟ ਬਣਾਉਣਾ ਹੈ, ਕਿ ਆਪਾਂ ਕਿਸੇ 'ਤੇ ਡਿਪੈਂਡ ਨਾ ਹੋਈਏ, ਕਿਸੇ ਵੀ ਚੀਜ਼ ਨੂੰ ਲੈ ਕੇ, ਕਿਸੇ ਵੀ ਪ੍ਰੋਡਕਟ ਨੂੰ ਲੈ ਕੇ, ਸਾਰਾ ਕੁਛ ਆਪਾਂ ਆਪ ਹੀ ਇੰਡੀਆ ਦੇ ਵਿੱਚ ਕਰੀਏ, ਤਾਂ ਉਸ ਚੀਜ਼ ਦੇ ਨਾਲ ਰਿਲੇਟਡ ਹੈ ਇਹ ਸੈਲਫ ਰੈਲੀਐਂਟ। ਠੀਕ ਹੈ, ਇਸ ਨੂੰ ਇਨੈਗੋਰੇਟ ਕਿਹਨੇ ਕੀਤਾ, ਇਨੈਗੋਰੇਟ ਦਾ ਮਤਲਬ ਹੁੰਦਾ ਕਿਸ ਚੀਜ਼ ਨੂੰ ਸਟਾਰਟ ਕਰਨਾ, ਉਹਦਾ ਉਦਘਾਟਨ ਕਰਨਾ ਲਾਈਕ। ਠੀਕ ਹੈ, ਤਾਂ ਇਹ ਆਪਣੇ ਅਮਿਤ ਸ਼ਾਹ ਆਪਣੇ ਹੋਮ ਮਿਨਿਸਟਰ ਨੇ, ਇਹਨਾਂ ਨੇ ਇਨੈਗੋਰੇਟ ਕੀਤਾ, ਇਹ ਵੀ ਯਾਦ ਰੱਖਣਾ ਤੁਸੀਂ। ਅਤੇ ਮੋਸਟ ਇੰਪੋਰਟੈਂਟ ਚੀਜ਼ ਕਿਹੜੀ ਹੈ, ਇਹ 100th ਮਤਲਬ ਕੀ ਹੈ 100ਵੀਂ ਡੈਥ ਐਨੀਵਰਸਰੀ ਸੀਗੀ ਕਿਹਨਾਂ ਦੀ, ਲੋਕਮਾਨਿਆ ਬਾਲ ਗੰਗਾਧਰ ਤਿਲਕ ਜੀ ਦੀ, ਉਦੋਂ ਇਹ ਮਤਲਬ ਜਿਹੜਾ ਵੈਬੀਨੀਅਰ ਹੈ ਹੋਇਆ ਸੀਗਾ। ਠੀਕ ਹੈ, ਅੱਛਾ, ਜਿਹੜਾ ਲੋਕਮਾਨਿਆ, ਹੁਣ ਇਹ ਕੀ ਹੈ ਮੂਰੇ, ਬਾਲ ਗੰਗਾਧਰ ਤਿਲਕ ਜੀ ਨੂੰ ਇੱਕ ਟਾਈਟਲ ਮਿਲਿਆ ਹੋਇਆ, ਜਿਹਨੂੰ ਲੋਕਮਾਨਿਆ ਦਾ ਟਾਈਟਲ ਮਿਲਿਆ ਹੋਇਆ। ਠੀਕ ਹੈ, ਇਹ ਵੀ ਯਾਦ ਰੱਖਣਾ, ਇਹਨਾਂ ਦੇ ਨਾਮ ਨਾਲ ਹੀ ਇਹ ਜੁੜੇ, ਤਾਂ ਕਰਕੇ ਇਹਨਾਂ ਨੂੰ ਲੋਕਮਾਨਿਆ ਤਿਲਕ ਵੀ ਕਹਿ ਦਿੰਦੇ ਨੇ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਜਿਹੜੀ ਹੈਗੀ ਇਹਦੇ ਤੋਂ ਕੀ ਕਰਨੀ ਹੈ, ਰਿਵਾਈਜ਼ ਕਰਨੀ ਹੈ ਜਦੋਂ ਆਊਗੀ। ਲੋਕਮਾਨਿਆ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹਨਾਂ ਦਾ ਟਾਈਟਲ ਹੈ, ਇਹ ਬਾਲ ਗੰਗਾਧਰ ਤਿਲਕ ਜੀ ਦਾ। ਓਕੇ ਹੈ ਜੀ। ਹਾਂਜੀ, ਅਦਰ ਨਿਊਜ਼ ਦੇ ਵਿੱਚ ਕੀ ਕਰਨਾ ਆਪਾਂ, ਡੌਗ ਹਰਲੇ ਐਂਡ ਬੌਬ ਬੈਨੇਗਨ, NASA astronaut recently completed 2 months of space travel and landed back on Earth। ਦੇਖੋ, ਨਾਸਾ ਦੇ 2 ਐਸਟਰੋਨੌਟ ਨੇ, 2 ਸਾਇੰਟਿਸਟ, ਡੌਗ ਹਰਲੇ ਅਤੇ ਬੌਬ ਬੈਨਕਨ, ਇਹ ਹੁਣੇ 2 ਮਹੀਨੇ ਕੰਪਲੀਟ ਕਰਕੇ ਆਏ ਨੇ, ਸਪੇਸ ਯਾਤਰਾ ਦੇ ਉੱਤੇ ਗਏ ਸੀ, ਆਪਣੇ ਸਪੇਸ ਮਿਸ਼ਨ ਦੇ ਉੱਤੇ। ਉਹ ਸਪੇਸ ਯਾਤਰਾ ਨੂੰ ਕੰਪਲੀਟ ਕਰਕੇ ਵਾਪਸ ਅਰਥ ਦੇ ਉੱਤੇ ਆ ਗਏ ਹੈ। ਇਸ ਚੀਜ਼ ਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਨਿਊਜ਼ ਹੈ। ਹੁਣ ਤੁਸੀਂ ਇਹਦੇ ਤੋਂ ਕੀ ਧਿਆਨ 'ਚ ਰੱਖਣਾ, ਇਹਨਾਂ ਨੇ ਕਿਹਾ ਨਾ ਆਪਣਾ ਸਪੇਸ ਟਰੈਵਲ ਕਰਕੇ ਆਏ ਹੈ, ਮਤਲਬ ਸਪੇਸ ਸਟੇਸ਼ਨ 'ਚ ਜਾ ਕੇ ਜਿਹੜਾ ਨਾਸਾ ਦਾ ਸਪੇਸ ਸਟੇਸ਼ਨ ਹੈ, ਉਹ ਸਪੇਸ ਸਟੇਸ਼ਨ ਦਾ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਪੇਸ ਸਟੇਸ਼ਨ ਹੈ ਇਹਨਾਂ ਦਾ, ਇੰਟਰਨੈਸ਼ਨਲ ਸਪੇਸ ਸਟੇਸ਼ਨ, ਨਾਸਾ ਦਾ ਸਪੇਸ ਸਟੇਸ਼ਨ ਹੈ ਇਹ। ਠੀਕ ਹੈ, ਇੱਥੇ ਹੀ ਇਹ ਗਏ ਸੀ, ਔਰ ਇਹ ਨਿਊਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਹੁਣ ਦੇਖੋ, ਪ੍ਰੀਵੀਅਸ ਡੇਜ਼ ਦੇ ਵਿੱਚ ਆਪਾਂ ਨੇ ਨਾਸਾ ਤੋਂ ਇੱਕ ਨਿਊਜ਼ ਕੀਤੀ ਸੀ ਬਹੁਤ ਇੰਪੋਰਟੈਂਟ, ਹੈ ਨਾ, ਉਹ ਵੀ ਆਪਾਂ ਇਹਦੇ ਨਾਲ ਹੀ ਰਿਵਾਈਜ਼ ਕਰ ਲੈਂਦੇ ਹਾਂ ਹੁਣੇ। ਕੀ ਨਿਊਜ਼ ਸੀਗੀ ਉਹ, ਨਾਸਾ ਨੇ ਲਾਂਚ ਕੀਤਾ ਮਾਰਸ ਰੋਵਰ ਲਾਂਚ ਕੀਤਾ ਸੀਗਾ, ਜਿਹਦਾ ਨਾਮ ਸੀਗਾ ਪ੍ਰਿਜ਼ਰਵੈਂਸ, ਯਾਦ ਆ ਗਿਆ। ਅਤੇ ਵਹੀਕਲ ਦਾ ਨਾਮ ਕੀ ਸੀਗਾ, ਇੰਜੈਨਿਊਟੀ ਤੋਂ ਮੈਂ ਤੁਹਾਨੂੰ ਕੀ ਯਾਦ ਰੱਖਣ ਨੂੰ ਕਿਹਾ ਸੀਗਾ ਕਿ ਇੰਜੈਨਿਊਟੀ ਜਿਹੜਾ ਨਾਮ ਹੈ ਇਹ ਵਿਜੇ ਰੂਪਾਨੀ ਨੇ ਸੁਜੈਸਟ ਕੀਤਾ ਸੀਗਾ, ਜਿਹੜੇ ਕਿ ਇੰਡੀਅਨ ਔਰੀਜਨ ਦੇ ਨੇ। ਠੀਕ ਹੈ, ਅਤੇ ਨਾਸਾ ਦਾ ਇਹ ਪਹਿਲਾ ਫਸਟ ਮਾਰਸ ਹੈਲੀਕਾਪਟਰ ਵੀ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਹੁਣ ਸਟੈਟਿਕ ਇਨਫੋਰਮੇਸ਼ਨ ਦੀ ਜੇ ਗੱਲ ਕਰੀਏ ਤਾਂ ਨਾਸਾ ਦੀ ਜਿਹੜੀ ਫੁੱਲ ਫਾਰਮ ਹੈ ਉਹ ਕੀ ਹੈ, ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਰਿਪੀਟ ਕਰ ਦਿੰਦੀ ਹਾਂ, ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਬਣਿਆ ਕਦੋਂ ਇਹ, 1958 ਦੇ ਵਿੱਚ। ਔਰ ਇਹਦਾ ਹੈੱਡਕੁਆਟਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਾਸਾ ਦਾ ਹੈੱਡਕੁਆਟਰ ਕਿੱਥੇ ਹੈ, ਵਾਸ਼ਿੰਗਟਨ DC ਦੇ ਵਿੱਚ। ਠੀਕ ਹੈ ਜੀ, ਵਾਸ਼ਿੰਗਟਨ DC ਦੇ ਵਿੱਚ ਕੀ ਇਹਦਾ ਹੈੱਡਕੁਆਟਰ ਹੈ। ਹੁਣ ਦੇਖੋ, ਵਾਸ਼ਿੰਗਟਨ DC ਤੋਂ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਵੀ ਆਪਾਂ ਵਾਸ਼ਿੰਗਟਨ DC ਦੀ ਗੱਲ ਕਰਨੀ ਹੈ, ਤੁਹਾਨੂੰ 3 ਚੀਜ਼ਾਂ ਦੇ ਹੈੱਡਕੁਆਟਰ ਪਤਾ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਨਾਸਾ ਕਰ ਰਹੇ ਹਾਂ, ਤਾਂ ਨਾਸਾ ਦੀ ਗੱਲ ਹੀ ਕਰਦੇ ਹਾਂ। ਦੂਜੇ ਨੰਬਰ 'ਤੇ ਵਰਲਡ ਬੈਂਕ ਦਾ ਹੈੱਡਕੁਆਟਰ ਵੀ ਵਾਸ਼ਿੰਗਟਨ DC 'ਚ ਹੀ ਹੈ। ਤੀਜੇ ਨੰਬਰ 'ਤੇ ਹੋਰ ਕਿਹਦਾ, IMF ਮਤਲਬ ਕਿ ਇੰਟਰਨੈਸ਼ਨਲ ਮੋਨੀਟਰੀ ਫੰਡ, ਇਹਦਾ ਵੀ ਹੈੱਡਕੁਆਟਰ ਕਿੱਥੇ ਹੈ, ਵਾਸ਼ਿੰਗਟਨ DC ਦੇ ਵਿੱਚ ਹੈ। ਇੰਨੀ ਇਨਫੋਰਮੇਸ਼ਨ ਰਿਵਾਈਜ਼ ਦੇਖੋ, ਸਟੈਟਿਕ ਜੀਕੇ ਨਾਲ ਕਰੀ ਜਾਵਾਂਗੇ ਨਾ, ਫਿਰ ਬਰਡਨ ਨਹੀਂ ਲੱਗਦਾ। ਇਕੱਲੇ ਤੋਂ ਚੱਕ ਕੇ ਬੈਠਦੇ ਹਾਂ ਸਟੈਟਿਕ ਜੀਕੇ, ਫਿਰ ਬਹੁਤ ਬਰਡਨ ਲੱਗਦਾ ਉਹਦਾ। ਇੱਦਾਂ ਕਰੀ ਚਲੋ ਨਾਲ ਬਹੁਤ ਵਧੀਆ ਤਰੀਕੇ ਨਾਲ ਯਾਦ ਹੋ ਜੂਗੀ ਤੁਹਾਡੀ ਰੈਪੀਟੀਸ਼ਨ ਨਾਲ। ਨੈਕਸਟ ਨਿਊਜ਼ ਕੀ ਹੈ ਜੀ ਆਪਣੀ, ਵਿਦਿਆਰਥੀ ਵਿਗਿਆਨ ਮੰਥਨ 2020-21, ਇਹਨੂੰ ਲਾਂਚ ਕਿਹਨੇ ਕੀਤਾ, ਡਾਕਟਰ ਹਰਸ਼ਵਰਧਨ ਨੇ। ਅੱਛਾ, ਹੁਣ ਇਹ ਕੀ ਹੈ ਦੇਖੋ, ਇਹਦੇ ਤਹਿਤ 6ਵੀਂ ਤੋਂ ਲੈ ਕੇ 11ਵੀਂ ਕਲਾਸ ਤੱਕ ਦੇ ਜਿਹੜੇ ਸਟੂਡੈਂਟ ਨੇ, 11th ਕਲਾਸ ਤੱਕ ਦੇ ਸਟੂਡੈਂਟ ਨੇ, ਉਹਨਾਂ ਦਾ ਸਾਇੰਸ 'ਚ ਇੰਟਰਸਟ ਹੈ ਜਿਹੜਾ ਉਹ ਵਧਾਇਆ ਜਾਊਗਾ, ਜਨਰੇਟ ਕੀਤਾ ਜਾਊਗਾ। ਕਿਉਂਕਿ ਸਾਇੰਸ ਇਹੋ ਜਿਹਾ ਸਬਜੈਕਟ ਹੈ ਕਿ ਹਰੇਕ ਦਾ ਇੰਟਰਸਟ ਉਹਦੇ ਵਿੱਚ ਨਹੀਂ ਬਣ ਪਾਉਂਦਾ, ਤਾਂ ਉਹਦੇ ਵਿੱਚ ਇੰਟਰਸਟ ਇਹਦਾ ਜਨਰੇਟ ਕਰਨ ਲਈ, ਇਨਕਰੀਜ਼ ਕਰਨ ਲਈ ਇਸ ਜਿਹੜਾ ਮਤਲਬ ਪ੍ਰੋਗਰਾਮ ਇਹਨੂੰ ਲਾਂਚ ਕੀਤਾ ਗਿਆ, ਵਿਦਿਆਰਥੀ ਵਿਗਿਆਨ ਮੰਥਨ 2020-21। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਕਿਹਨੇ ਲਾਂਚ ਕੀਤਾ ਇਹ, ਡਾਕਟਰ ਹਰਸ਼ਵਰਧਨ ਨੇ। ਅੱਛਾ, ਡਾਕਟਰ ਹਰਸ਼ਵਰਧਨ ਦਾ ਇੱਕ ਮੇਨ ਪੁਆਇੰਟ ਦੱਸਦੀ ਹਾਂ ਤੁਹਾਨੂੰ, ਇਹ ਯਾਦ ਰੱਖਣਾ, ਭੁੱਲਣਾ ਨਹੀਂ। WHO ਦੇ
WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਗਜ਼ੀਕਿਊਟਿਵ ਬੋਰਡ ਦੇ ਇਹ ਚੇਅਰਮੈਨ ਬਣਾਏ ਗਏ ਨੇ। ਇਹ ਚੇਅਰਮੈਨ ਬਣਾਏ ਗਏ ਨੇ, ਬਹੁਤ ਇੰਪੋਰਟੈਂਟ ਹੈ, ਪੇਪਰ ਵਿੱਚ ਪੂਰੇ ਆਉਣ ਦੇ ਚਾਂਸਸ ਨੇ ਇਹਦੇ। ਠੀਕ ਹੈ, WHO ਦੇ ਐਗਜ਼ੀਕਿਊਟਿਵ ਬੋਰਡ ਦੇ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ, ਕਿਹਨਾਂ ਨੂੰ? ਡਾਕਟਰ ਹਰਸ਼ਵਰਧਨ ਜੀ ਨੂੰ। ਠੀਕ ਹੈ ਜੀ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਇਹਦੇ ਤੋਂ ਯਾਦ ਰੱਖਣੀ ਹੈ। ਹਾਂਜੀ, ਇੱਕ ਵਾਰ ਆਪਾਂ ਸਮ ਅਪ ਕਰਦੇ ਹਾਂ ਅੱਜ ਕੀ ਕੀਤਾ। ਪਹਿਲੀ ਨਿਊਜ਼ ਤੋਂ ਸਰਵਿਸ ਲਾਂਚ ਕੀਤੀ ਸੀ, ਦੇਖੋ ਮਹਾਰਾਸ਼ਟਰ ਨੇ, ਭਾਰਤ 에ਅਰ ਫਾਈਬਰ ਸਰਵਿਸ। ਇਹਦੇ ਤਹਿਤ ਵਾਇਰਲੈਸ ਇੰਟਰਨੈਟ ਸਰਵਿਸ ਪ੍ਰੋਵਾਈਡ ਕੀਤੀ ਜਾਊਗੀ। ਇਹ ਕੀਤਾ ਸੀ ਆਪਾਂ, ਤੇ ਮਹਾਰਾਸ਼ਟਰ ਤੋਂ ਬਹੁਤ ਸਾਰੀ ਸਟੈਟਿਕ ਇਨਫੋਰਮੇਸ਼ਨ ਕੀਤੀ ਸੀ ਕਿ ਕਿਵੇਂ ਇੱਥੇ ਗਠਬੰਧਨ ਦੀ ਸਰਕਾਰ ਬਣੀ ਤੇ ਕੌਣ ਕਿਹੜੀ ਪਾਰਟੀ ਦਾ CM ਹੈ, ਕੌਣ ਵਿਧਾਨ ਸਭਾ ਦਾ ਚੇਅਰਮੈਨ ਹੈ। ਠੀਕ ਹੈ, ਐਕਸਟਰਾ ਉਹ ਸਾਰਾ ਕੁਝ ਤੁਸੀਂ ਯਾਦ ਰੱਖਣਾ ਹੈ। ਦੈਨ ਆਪਾਂ ਕੀਤੀ ਅਪੁਆਇੰਟਮੈਂਟ 에ਅਰ ਮਾਰਸ਼ਲ VR ਚੌਧਰੀ। VR ਚੌਧਰੀ ਤੋਂ ਮੈਂ ਤੁਹਾਨੂੰ ਯਾਦ ਕਰਾਇਆ ਸੀ ਵੈਸਟਰਨ ਕਮਾਂਡ ਯਾਦ ਰੱਖਣਾ ਹੈ। ਠੀਕ ਹੈ, ਦੈਨ ਆਪਾਂ 에ਅਰ ਫੋਰਸ ਤੋਂ ਯਾਦ ਰੱਖਿਆ ਕਿ 8 ਅਕਤੂਬਰ ਨੂੰ ਮਨਾਇਆ ਜਾਂਦਾ, ਤੇ 에ਅਰ ਚੀਫ ਦਾ ਜਿਹੜਾ ਨਾਮ ਕੀ ਹੈ? RKS ਭਦੌਰੀਆ। ਤੇ ਚੌਥੀ ਵੱਡੀ ਇਹ ਆਪਣੀ 에ਅਰ ਫੋਰਸ ਹੈ ਨਾ। ਦੈਨ ਆਪਾਂ ਬ੍ਰਿਟਿਸ਼ ਗ੍ਰੈਂਡ ਪ੍ਰਿਕਸ ਫਾਰਮੂਲਾ ਰੇਸ 2020 ਕੀਤੀ ਸੀ ਲੈਵਿਸ ਹੈਮਿਲਟਨ ਤੋਂ, ਕਿ ਇਹਨਾਂ ਨੂੰ ਜਿੱਤਿਆ ਹੈ ਲੈਵਿਸ ਹੈਮਿਲਟਨ ਨੇ। ਬੀਟ ਕਿਹਨੂੰ ਕੀਤਾ ਹੈ? ਮੈਕਸ ਵਰਸਟੈਪਨ ਨੂੰ। ਤੇ ਲੈਵਿਸ ਹੈਮਿਲਟਨ ਤੋਂ ਯਾਦ ਰੱਖਣਾ ਕਿ ਇਹ ਮਰਸੀਡੀਜ਼ ਚਲਾਉਂਦੇ ਨੇ। ਲੋਨ ਐਗਰੀਮੈਂਟ ਰਿਲਾਇੰਸ ਪਾਵਰ ਤੇ ਜੇਰਾ ਦਾ ਹੈ, ਜੇਰਾ ਜਾਪਾਨ ਦੀ ਹੈ। ਠੀਕ ਹੈ, ਕਾਹਦੇ ਲਈ ਹੈ ਇਹ? ਪਾਵਰ ਪ੍ਰੋਜੈਕਟ ਲਾਣਾ ਬੰਗਲਾਦੇਸ਼ ਦੇ ਵਿੱਚ, ਜਿਹਦੀ ਕਪੈਸਿਟੀ 745 ਮੈਗਾਵਾਟ ਦੀ ਹੋਊਗੀ ਤੇ $642 ਮਿਲੀਅਨ ਦੀ ਇਹਦੇ ਉੱਤੇ ਕਾਸਟ ਆਈ ਹੈ। ਮੇਗਨਾ ਘਾਟ ਹੈ ਜਗ੍ਹਾ ਜਿੱਥੇ ਇਹ ਲਾਣਾ ਹੈ ਪ੍ਰੋਜੈਕਟ। ਠੀਕ ਹੈ, ਦੈਨ ਆਪਾਂ ਰੇਲਵੇ ਤੋਂ ਕੀਤਾ ਕਿ ਨਦਰਨ ਰੇਲਵੇ ਨੇ ਚਲਾਈ ਹੈ ਪਹਿਲੀ ਟ੍ਰੇਡ ਮਾਲ ਐਕਸਪ੍ਰੈਸ ਟ੍ਰੇਨ। ਠੀਕ ਹੈ, ਜਿਹਦਾ ਨਦਰਨ ਰੇਲਵੇ ਦਾ ਹੈੱਡਕੁਆਟਰ ਤੁਹਾਨੂੰ ਪਤਾ ਹੋਣਾ ਚਾਹੀਦਾ ਨਿਊ ਦਿੱਲੀ ਦੇ ਵਿੱਚ। ਅਦਰ ਸਟੈਟਿਕ ਇਨਫੋਰਮੇਸ਼ਨ ਜੋ ਰੇਲਵੇ ਤੋਂ ਕੀਤੀ ਹੈ ਉਹ ਵੀ ਸਾਰੀ ਰਿਵਾਈਜ਼ ਕਰਨੀ ਹੈ ਜਦੋਂ ਵੀ ਰੇਲਵੇ ਪੜ੍ਹਨਾ ਹੈ। ਉਸ ਤੋਂ ਬਾਅਦ ਆ ਗਈ ਗੱਲ ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ। ਆਂਧਰਾ ਪ੍ਰਦੇਸ਼ ਨੇ ਇਹ ਚਲਾਇਆ ਈ ਰਕਸ਼ਾ ਬੰਧਨ। ਠੀਕ ਹੈ, 1 ਲੱਖ ਲੋਕਾਂ ਨੂੰ ਇਹਦੇ ਤਹਿਤ ਸਾਈਬਰ ਕ੍ਰਾਈਮ ਦੇ ਰਿਗਾਰਡਿੰਗ ਜੋ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਊਗੀ, ਅਵੇਅਰ ਉਹਨਾਂ ਨੂੰ ਕੀਤਾ ਜਾਊਗਾ। 1 ਮੰਥ ਦਾ ਇਹ ਪ੍ਰੋਗਰਾਮ ਹੈ। ਇਹਦੇ ਤਹਿਤ ਵਿਮਨ ਦੀ ਸੇਫਟੀ ਨੂੰ ਕੀ ਹੈ? ਇਨਹੈਂਸ ਕੀਤਾ ਜਾਊਗਾ। ਸਲੋਗਨ ਦਿੱਤਾ CID ਨੇ ਇਹਦੇ ਇਸ ਦੇ ਲਈ, CID ਤੇ ਪੁਲਿਸ ਨੇ ਉਹ ਸਲੋਗਨ ਯਾਦ ਰੱਖਣਾ ਆਪਾਂ, ਲੈਟ ਅਸ ਮੇਕ ਅਗਸਤ ਮੰਥ ਆਫ ਈ ਫਰੀडम ਐਂਡ ਈ ਸੇਫਟੀ। ਦੈਨ ਵੈਬੀਨੀਅਰ ਕੀ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ। ਲੋਕਮਾਨਿਆ ਤਿਲਕ ਸਵਰਾਜ ਇਹਨਾਂ ਦੀ 100ਵੀਂ ਮਤਲਬ ਕੀ ਸੀ 100ਵੀਂ ਡੈਥ ਐਨੀਵਰਸਰੀ ਸੀਗੀ। ਤੇ ਇਹਦੇ ਉੱਤੇ ਸੈਲਫ ਰੈਲੀਐਂਟ ਇੰਡੀਆ ਦਾ ਇੱਕ ਪ੍ਰਣ ਲਿਆ ਗਿਆ ਕਿ ਇੰਡੀਆ ਨੂੰ ਕੀ ਬਣਾਉਣਾ ਆਪਾਂ ਨੇ? ਸੈਲਫ ਰੈਲੀਐਂਟ, ਮਤਲਬ ਕਿਸੇ ਡਿਪੈਂਡ ਨਹੀਂ ਹੋਣਾ ਹੈਗਾ, ਆਪਾਂ ਹੀ ਇੰਡੀਪੈਂਡੈਂਟ ਰਹਿਣਾ ਕਿਸੇ ਵੀ ਚੀਜ਼ ਲਈ। ਠੀਕ ਹੈ, ਅਮਿਤ ਸ਼ਾਹ ਨੇ ਦਾ ਇਨੈਗੋਰੇਸ਼ਨ ਕੀਤਾ, ਹੋਮ ਮਿਨਿਸਟਰ ਨੇ ਇਹ ਆਪਣੇ। ਅਦਰ 'ਚ ਆਪਾਂ ਕੀਤਾ ਅਦਰਸ ਦੇ ਉੱਤੇ ਇਹ ਨਾ ਜਾਇਆ ਕਰੋ ਕਿ ਇੰਪੋਰਟੈਂਟ ਨਿਊਜ਼ ਨਹੀਂ ਹੈਗੀਆਂ, ਮਤਲਬ ਜਿਹੜੀਆਂ ਕਿਸੇ ਹੈਡਿੰਗ ਦੇ ਅੰਡਰ ਕਵਰ ਨਹੀਂ ਹੁੰਦੀਆਂ ਉਹ ਅਦਰਸ ਦੇ ਅੰਡਰ ਕਵਰ ਹੋ ਜਾਂਦੀਆਂ, ਬਟ ਇੰਪੋਰਟੈਂਟ ਨੇ ਦੋਨੋਂ ਹੀ ਨਿਊਜ਼ ਇਹ। ਡੌਗ ਹਰਲੇ ਤੇ ਬੌਬ ਬੈਨਕਨ ਨਾਸਾ ਦੇ 2 ਸਾਇੰਟਿਸਟ ਨੇ। ਇਹਨਾਂ ਨੇ ਆਪਣੀ 2 ਮਹੀਨਿਆਂ ਦੀ ਜਿਹੜੀ ਸਪੇਸ ਯਾਤਰਾ ਉਹ ਕੰਪਲੀਟ ਕਰਕੇ ਅਰਥ 'ਤੇ ਵਾਪਸ ਆਏ ਨੇ। ਠੀਕ ਹੈ, ਤੇ ਇਸ ਤੋਂ ਤੁਸੀਂ ਪ੍ਰੀਜ਼ਰਵੈਂਸ ਤੇ ਇੰਜੈਨਿਊਟੀ ਵੀ ਰਿਵਾਈਜ਼ ਕਰਨੀ ਹੈ। ਦੈਨ ਵਿਦਿਆਰਥੀ ਵਿਗਿਆਨ ਮੰਥਨ ਹੈ ਜਿਹੜਾ ਡਾਕਟਰ ਹਰਸ਼ਵਰਧਨ ਨੇ ਲਾਂਚ ਕੀਤਾ। ਠੀਕ ਹੈ, ਤੇ ਇਹਦੇ ਤਹਿਤ ਸਾਇੰਸ ਦੇ ਵਿੱਚ ਇੰਟਰਸਟ ਬੱਚਿਆਂ ਦਾ ਜੋ ਜਨਰੇਟ ਕੀਤਾ ਜਾਊਗਾ, ਇਨਕਰੀਜ਼ ਕੀਤਾ ਜਾਊਗਾ 6ਵੀਂ ਤੋਂ 11ਵੀਂ ਤੱਕ ਦੇ। ਠੀਕ ਹੈ ਜੀ, ਤੇ ਹਰਸ਼ਵਰਧਨ ਤੋਂ ਇਹ ਵੀ ਯਾਦ ਰੱਖਣਾ ਤੁਸੀਂ WHO ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ ਇਹਨਾਂ ਨੂੰ ਬਣਾਇਆ ਗਿਆ। ਇਹ ਸਾਰੀ ਸੀਗੀ ਆਪਣੀਆਂ ਅੱਜ ਦੀਆਂ ਨਿਊਜ਼। ਠੀਕ ਹੈ, ਤੇ ਬਹੁਤ ਵਧੀਆ ਲੱਗੀਆਂ ਹੋਣਗੀਆਂ ਤੁਹਾਨੂੰ, ਮੈਂ ਉਮੀਦ ਕਰਦੀ ਹਾਂ ਇਸ ਚੀਜ਼ ਦੀ। ਠੀਕ ਹੈ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਤੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਠੀਕ ਹੈ, ਦੈਨ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ।